ਵਾਹਿਗੁਰੂ 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 ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਆਪ ਜੀ ਦੇ ਨਾਲ ਭਗਤ ਪ੍ਰਹਿਲਾਦ ਜੀ ਦੀ ਸਾਖੀ ਸਾਂਝੀ ਕਰਨੀ ਜਾ ਰਹੇ ਹਾਂ। ਇਤਿਹਾਸ ਦੱਸਦਾ ਹੈ ਕਿ ਪ੍ਰਹਿਲਾਦ ਦਾ ਪਿਤਾ ਹਰਨਾਖਸ਼ ਕਸ਼ਪ ਰਿਖੀ ਦੇ ਘਰ ਪੈਦਾ ਹੋਇਆ। ਇਹ ਪਿਛਲੇ ਜਨਮ ਦੇ ਕਿਸੇ ਸਰਾਪ ਦੇ ਕਾਰਨ ਰਿਖੀ ਦੇ ਘਰ ਪੈਦਾ ਹੋ ਕੇ ਵੀ ਰਾਖਸ਼ ਬੁੱਧੀ ਵਾਲਾ ਹੋ ਗਿਆ। ਦੇਵਤਿਆਂ ਨਾਲ ਇੱਕ ਜੰਗ ਵਿੱਚ ਜਦ ਹਰਨਾਖਸ਼ ਦਾ ਵੱਡਾ ਭਰਾ ਹਰਨਾਸ਼ਿਪ ਮਾਰਿਆ ਗਿਆ ਤਾਂ ਹਰਨਾਖਸ਼ ਸਭ ਕੁਝ ਛੱਡ ਛਡਾ ਕੇ ਇਸ ਦਾ ਬਦਲਾ ਲੈਣ ਲਈ ਤਾਕਤ ਹਾਸਲ ਕਰਨ ਵਾਸਤੇ ਬਾਹਰ ਤਪ ਕਰਨ ਲਈ ਚਲਾ ਗਿਆ। ਇਸ ਦੀ ਇਸਤਰੀ ਕਿਆਦੂ ਉਸ ਸਮੇਂ ਗਰਭਵਤੀ ਸੀ। ਉਹ ਵੀ ਜੰਗਲ ਵਿੱਚ ਰਿਖੀਆਂ ਦੇ ਡੇਰੇ ਪਾਸ ਜਾ ਰਹੀ। ਉੱਥੇ ਭਗਤੀ ਤੇ ਰਾਮ ਸਿਮਰਨ ਦੇ ਸਤਸੰਗਾਂ ਵਿੱਚ ਹਾਜ਼ਰੀ ਭਰਨ ਲੱਗੀ। ਨਾਰਦ ਜੀ ਨੇ ਵੀ ਕਿਆਦੂ ਨੂੰ ਸਿਮਰਨ ਭਜਨ ਦਾ ਉਪਦੇਸ਼ ਦਿੱਤਾ। ਸੋ ਇਸ ਤਰ੍ਹਾਂ ਦੇ ਕਿਰਿਆ ਕਰਮ ਨੇ ਗਰਭ ਵਿਚਲੇ ਬੱਚੇ ਪ੍ਰਹਿਲਾਦ ਉੱਤੇ ਵੀ ਭਗਤੀ ਭਾਵ ਦਾ ਭਾਰਾ ਅਸਰ ਪਾਇਆ। ਸੰਗਤ ਜੀ, ਇਸੇ ਜੰਗਲ ਵਿੱਚ ਬਾਲਕ ਪ੍ਰਹਿਲਾਦ ਦਾ ਜਨਮ ਹੋਇਆ। ਦੱਸਦੇ ਹਨ ਕਿ ਹਰਨਾਖਸ਼ ਦੀ ਰਾਜਧਾਨੀ ਉਸ ਸਮੇਂ ਮੁਲਤਾਨ ਸ਼ਹਿਰ ਸੀ, ਜਿਸ ਨੂੰ ਦੇਵਤਿਆਂ ਨੇ ਉਜਾੜ ਦਿੱਤਾ ਹੋਇਆ। ਉਧਰ ਹਰਨਾਖਸ਼ ਨੇ ਪਹਾੜ ਦੀਆਂ ਕੰਧਰਾਂ ਵਿੱਚ ਬੈਠ ਕੇ ਭਾਰਾ ਤਪ ਕੀਤਾ। ਖਾਣ ਪੀਣ ਤੇ ਹੋਰ ਸੁੱਖ ਆਰਾਮ ਸਭ ਤਿਆਗ ਦਿੱਤੇ। ਕਈ ਸਾਲ ਉਹ ਇੱਥੇ ਟਿਕ ਬੈਠਾ ਰਿਹਾ। ਕਈ ਜਗ੍ਹਾ ਤੋਂ ਸਰੀਰ ਦਾ ਮਾਸ ਹੀ ਸੁੱਕ ਗਿਆ। ਇਤਨੀ ਸਖਤ ਘਾਲਣਾ ਵੇਖ ਕੇ ਬ੍ਰਹਮਾ ਜੀ ਉਸ ਉੱਤੇ ਪ੍ਰਸੰਨ ਹੋ ਗਏ। ਹਰਨਾਖਸ਼ ਬੋਲਿਆ, ਜੇ ਪ੍ਰਸੰਨ ਹੋਏ ਹੋ ਤਾਂ ਇਹ ਵਰ ਦਿਓ ਕਿ ਤੁਹਾਡੀ ਜਗਤ ਰਚਨਾ ਵਿੱਚੋਂ ਕੋਈ ਜੀਵ ਜੰਤੂ ਮੈਨੂੰ ਨਾ ਮਾਰ ਸਕੇ। ਨਾ ਮੈਂ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਦੁਪਹਿਰੀ, ਨਾ ਅੰਦਰ, ਨਾ ਬਾਹਰ, ਨਾ ਧਰਤੀ ਤੇ, ਨਾ ਆਕਾਸ਼ ਤੇ। ਬਸ ਮੈਨੂੰ ਕੋਈ ਮਾਰ ਨਾ ਸਕੇ ਤੇ ਤਿੰਨਾਂ ਹੀ ਲੋਕਾਂ ਤੇ ਮੇਰਾ ਰਾਜ ਹੋਵੇ। ਬ੍ਰਹਮਾ ਜੀ ਤਥਾ ਅਸਤੂ, ਐਸਾ ਹੀ ਹੋਵੇਗਾ ਕਹਿ ਕੇ ਅਲੋਪ ਹੋ ਗਏ। ਹੁਣ ਹਰਨਾਖਸ਼ ਵਰ ਪ੍ਰਾਪਤ ਕਰਕੇ ਪਹਾੜਾਂ ਵਿੱਚੋਂ ਵਾਪਸ ਹੋਇਆ ਤੇ ਮੁਲਤਾਨ ਪੁੱਜ ਗਿਆ। ਪਰ ਸ਼ਹਿਰ ਦੀ ਬੁਰੀ ਹਾਲਤ ਨੂੰ ਵੇਖ ਕੇ ਉਸ ਨੂੰ ਆਉਂਦੇ ਨੂੰ ਹੀ ਕ੍ਰੋਧ ਚੜ੍ਹ ਗਿਆ। ਉਸ ਨੇ ਸਭ ਸਾਥੀਆਂ ਨੂੰ ਸੁਨੇਹੇ ਭੇਜ ਦਿੱਤੇ। ਇਸੇ ਸਮੇਂ ਹੀ ਨਾਰਦ ਜੀ ਨੇ ਉਸ ਦੀ ਇਸਤਰੀ ਕਿਆਦੂ ਤੇ ਪੁੱਤਰ ਪ੍ਰਹਿਲਾਦ ਨੂੰ ਰਿਖੀ ਆਸ਼ਰਮ ਚੋਂ ਲਿਆ ਕੇ ਕਿਹਾ, ਇਸ ਆਪਣੇ ਪੁੱਤਰ ਤੇ ਇਸਤਰੀ ਨੂੰ ਸੰਭਾਲ ਲੈ। ਇੰਦਰ ਇਸ ਨੂੰ ਇੰਦਰਪੁਰੀ ਵਿੱਚ ਲੈ ਚੱਲਿਆ ਸੀ, ਪਰ ਮੇਰੇ ਕਹਿਣ ਤੇ ਉਹ ਇਸ ਨੂੰ ਇੱਥੇ ਹੀ ਛੱਡ ਗਿਆ ਸੀ ਤੇ ਇਹ ਹੁਣ ਤੱਕ ਰਿਖੀ ਆਸ਼ਰਮ ਵਿੱਚ ਰਹੀ ਹੈ। ਉੱਥੇ ਹੀ ਤੇਰੇ ਇਸ ਪੁੱਤਰ ਨੇ ਜਨਮ ਲਿਆ ਹੈ। ਨਾਰਦ ਜੀ ਦਾ ਹਰਨਾਖਸ਼ ਨੇ ਧੰਨਵਾਦ ਕੀਤਾ ਤੇ ਇਸਤਰੀ ਪੁੱਤਰ ਨੂੰ ਬੜੇ ਪਿਆਰ ਨਾਲ ਮਿਲਿਆ। ਸਭ ਤੋਂ ਪਹਿਲੇ ਉਸਨੇ ਆਪਣੇ ਸ਼ਹਿਰ ਦੀ ਸੰਭਾਲ ਕੀਤੀ, ਰਾਜ ਪ੍ਰਬੰਧ ਨੂੰ ਠੀਕ ਠਾਕ ਕੀਤਾ। ਫਿਰ ਜਦ ਉਸ ਦੇ ਸਾਰੇ ਸਾਥੀ ਤੇ ਸੈਨਾ ਜੁੜ ਗਈ ਤਾਂ ਉਸਨੇ ਕੁਝ ਦਿਨਾਂ ਵਿੱਚ ਹੀ ਜੰਗ ਯੁੱਧ ਕਰਕੇ ਤਿੰਨਾਂ ਲੋਕਾਂ ਨੂੰ ਫਤਿਹ ਕਰ ਲਿਆ। ਇੰਦਰ ਲੋਕ ਵਿੱਚ ਤਾਂ ਉਸਨੇ ਦੇਵਤਿਆਂ ਨੂੰ ਚੰਗੀ ਮਾਰ ਕੁਟਾਈ ਕੀਤੀ ਤੇ ਆਪਣਾ ਰਾਜ ਸਥਾਪਿਤ ਕਰ ਲਿਆ।
ਉਸਨੇ ਹੁਣ ਐਲਾਨ ਕੀਤਾ ਕਿ ਮੈਂ ਹੀ ਕਰਨ ਕਾਰਨ ਹਾਂ, ਸਭ ਕੁਝ ਮੇਰੇ ਹੀ ਵਸ ਹੈ। ਇਸ ਲਈ ਮੇਰੇ ਨਾਮ ਤੋਂ ਬਿਨਾਂ ਕਿਸੇ ਹੋਰ ਨਾਮ ਦੀ ਪੂਜਾ ਜਾਂ ਸਿਮਰਨ ਨਾ ਕੀਤਾ ਜਾਵੇ। ਉਸਨੇ ਆਪਣੇ ਮੰਦਰ ਪੂਜਾ ਕਰਨ ਲਈ ਲੋਕਾਂ ਨੂੰ ਬਣਵਾ ਦਿੱਤੇ। ਸਭ ਪਾਸੇ ਉਸਦੇ ਡਰ ਦਾ ਅਸਰ ਫੈਲ ਚੁੱਕਾ ਸੀ, ਇਸ ਲਈ ਉਸਦੀ ਪੂਜਾ ਸ਼ੁਰੂ ਹੋ ਗਈ। ਉਸਨੇ ਪਾਠਸ਼ਾਲਾ ਵਿੱਚ ਆਪਣੇ ਆਦਮੀ ਬਿਠਾਏ ਜੋ ਉਸਦੀ ਪੂਜਾ ਤੇ ਮਹਿਮਾ ਦੇ ਗੁਣ ਬਾਲਕਾਂ ਨੂੰ ਸਿਖਾਉਣ ਲੱਗੇ। ਰਾਮ ਦਾ ਸਿਮਰਨ ਕਰਨ ਵਾਲੇ ਡਰਦੇ ਮਾਰੇ ਦੂਰ ਜੰਗਲਾਂ ਵਿੱਚ ਜਾ ਵਸੇ। ਜ਼ਾਹਰਾ ਤੌਰ ਤੇ ਸਭ ਪਾਸੇ ਹਰਨਾਕਸ਼ ਦੀ ਪੂਜਾ ਸ਼ੁਰੂ ਹੋ ਗਈ। ਹਰਨਾਕਸ਼ ਦਾ ਇਹ ਜ਼ਬਰ ਦੇਖ ਕੇ ਦੇਵਤੇ ਤੇ ਹੋਰ ਰਿਖੀ ਮੁਨੀ ਬ੍ਰਹਮਾ ਜੀ ਪਾਸ ਪੁੱਜੇ, ਪਰ ਬ੍ਰਹਮਾ ਜੀ ਨੇ ਜਵਾਬ ਦਿੱਤਾ ਕਿ ਮੈਂ ਹੁਣ ਕੁਝ ਨਹੀਂ ਕਰ ਸਕਦਾ। ਫਿਰ ਇਹ ਲੋਕ ਵਿਸ਼ਨੂੰ ਜੀ ਪਾਸ ਪੁੱਜੇ। ਪੁਕਾਰ ਕੀਤੀ ਤਾਂ ਅੱਗੋਂ ਉੱਤਰ ਮਿਲਿਆ ਕਿ ਘਬਰਾਓ ਨਹੀਂ। ਇਸ ਹੰਕਾਰੀ ਨੂੰ ਵਰ ਦੇਣ ਵਾਲੇ ਦੀ ਤਾਕਤ ਦਾ ਵੀ ਚੇਤਾ ਨਹੀਂ ਰਿਹਾ। ਇਸ ਦੇ ਕੁਕਰਮ ਦਾ ਫਲ ਮਿਲਣ ਵਿੱਚ ਕੋਈ ਸਮਾਂ ਲੱਗੇਗਾ। ਇਸ ਦੇ ਘਰ ਹੀ ਪ੍ਰਭੂ ਦਾ ਭਗਤ ਪੈਦਾ ਹੋ ਗਿਆ ਹੈ। ਉਸੇ ਦੀ ਰੱਖਿਆ ਕਰਨ ਆਏ ਭਗਵਾਨ ਇਸ ਦਾ ਸੰਘਾਰ ਕਰਨਗੇ। ਇਹ ਉੱਤਰ ਸੁਣ ਕੇ ਦੇਵਤੇ ਪਰਤ ਆਏ। ਉਸ ਸਮੇਂ ਦੀ ਉਡੀਕ ਕਰਨ ਲੱਗੇ। ਹੁਣ ਹਰਨਾਕਸ਼ ਦੀ ਸੁਣੋ। ਉਸ ਦੇ ਜ਼ੋਰ ਤੋਂ ਡਰਦੇ ਸਭ ਥਾਂ ਲੋਕ ਜਲੇ ਹਰਨਾਕਸ਼, ਥਲੇ ਹਰਨਾਕਸ਼ ਪੜਨ ਲੱਗ ਪਏ। ਇੰਨੇ ਚਿਰ ਨੂੰ ਪ੍ਰਹਿਲਾਦ 6 ਸਾਲ ਦਾ ਹੋ ਗਿਆ ਤਾਂ ਉਸਨੇ ਪ੍ਰਹਿਲਾਦ ਨੂੰ ਪੜਨ ਵਾਸਤੇ ਆਪਣੇ ਵੱਲੋਂ ਖਾਸ ਮੁਕਰਰ ਕੀਤੇ ਗਏ ਉਸਤਾਦ, ਜਿਨ੍ਹਾਂ ਦਾ ਨਾਮ ਬਾਣੀ ਵਿੱਚ ਵੀ ਸੰਡਾ ਤੇ ਮਰਕਾ ਕਰਕੇ ਆਇਆ ਹੈ, ਉਹਨਾਂ ਕੋਲ ਭੇਜ ਦਿੱਤਾ। ਪ੍ਰਹਿਲਾਦ ਵੀ ਉਹਨਾਂ ਦੀ ਦਿੱਤੀ ਸਿੱਖਿਆ ਪਕਾਉਣ ਲੱਗ ਪਿਆ। ਪਰ ਥੋੜ੍ਹੇ ਚਿਰ ਮਗਰੋਂ ਉਸ ਦੇ ਮਨ ਨੂੰ ਪਲਟਾ ਦੇਣ ਵਾਲੀ, ਇੱਕ ਅਚੰਭਾ ਤੇ ਚਕਿਤ ਕਰ ਦੇਣ ਵਾਲੀ ਇੱਕ ਅਜੀਬ ਘਟਨਾ ਹੋਈ, ਜਿਸ ਨੇ ਹਰਨਾਕਸ਼ ਦਾ ਸਾਰਾ ਹੀ ਪਾਸਾ ਪਲਟ ਦਿੱਤਾ। ਭਾਈ ਗੁਰਦਾਸ ਜੀ ਲਿਖਦੇ ਹਨ, ਘਰ ਹਰਨਾਕਸ ਦੈਂਤ ਦੀ ਕੱਲਰ ਕਵਲ ਭਗਤ ਪ੍ਰਹਿਲਾਦ, ਪੜਨ ਪਠਾਇਆ 64 ਸਾਲ ਪਾਂਦੇ ਚਿਤ ਹੋਆ ਅਹਿਲਾਦ। ਸਿਮਰੈ ਮਨ ਵਿੱਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ। ਭਗਤ ਕਰਨ ਸਭ ਚਾਟੜੈ, ਪਾਂਦੇ ਹੋਏ ਰਹੇ ਵਿਸਮਾਦ। ਰਾਜੇ ਪਾਸ ਰੂ ਆਇਆ, ਦੋਖੀ ਦੈਂਤ ਵਧਾਇਆ ਵਾਦ। ਜਲ ਅਗਨੀ ਵਿੱਚ ਘੱਤਿਆ, ਜਲੈ ਨ ਡੁੱਬੈ ਗੁਰ ਪ੍ਰਸਾਦ। ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ। ਥੰਮ ਪਾੜ ਪ੍ਰਗਟਿਆ, ਨਰ ਸਿੰਘ ਰੂਪ ਅਨੂਪ ਅਨਾਦ। ਬੇਮੁਖ ਪਕੜ ਪਛਾੜਿਅਨ, ਸੰਤ ਸਹਾਈ ਆਦ ਜੁਗਾਦ। ਜੈ ਜੈਕਾਰ ਕਰਨ ਬ੍ਰਹਮਾਦ। ਪ੍ਰਹਿਲਾਦ 7-8 ਸਾਲ ਦਾ ਸੀ ਕਿ ਉਸ ਨੂੰ ਹਰਨਾਕਸ਼ ਨੇ ਆਪਣੇ ਗੁਰੂ ਦੇ ਪੁੱਤਰ ਸੰਡਾ ਤੇ ਮਰਕਾ ਕੋਲ ਪੜ੍ਹਨੇ ਪਾ ਦਿੱਤਾ। ਇਹ ਰੋਜ਼ ਬਾਲਕਾਂ ਨੂੰ ਪੜ੍ਹਾਉਂਦੇ ਸਨ ਤੇ ਇਹਨਾਂ ਨੇ ਪਾਠਸ਼ਾਲਾ ਖੋਲ੍ਹੀ ਹੋਈ ਸੀ। ਜਦ ਹਰਨਾਕਸ਼ ਨੇ ਆਪਣੇ ਰਾਜਕੁਮਾਰ ਨੂੰ ਉਹਨਾਂ ਦੀ ਪਾਠਸ਼ਾਲਾ ਵਿੱਚ ਭੇਜਿਆ ਤਾਂ ਉਹਨਾਂ ਨੂੰ ਬੇਹੱਦ ਪ੍ਰਸੰਨਤਾ ਹੋਈ ਕਿ ਤਿੰਨਾਂ ਲੋਕਾਂ ਤੇ ਬਾਦਸ਼ਾਹੀ ਕਾਇਮ ਕਰਨ ਵਾਲਾ ਹਰਨਾਕਸ਼ ਵਰਗੇ ਬਹਾਦਰ ਦਾ ਪੁੱਤਰ ਸਾਡੇ ਕੋਲ ਪੜ੍ਹਨ ਆਇਆ ਹੈ। ਪਹਿਲੇ ਦਿਨ ਤਾਂ ਕੋਈ ਗੱਲ ਵੀ ਨਾ ਹੋਈ ਤੇ ਦਿਨ ਖੁਸ਼ੀਆਂ ਵਿੱਚ ਬਤੀਤ ਹੋ ਗਿਆ। ਦੂਜੇ ਦਿਨ ਘਰੋਂ ਫਿਰ ਪਾਠਸ਼ਾਲਾ ਨੂੰ ਚਲਾ ਗਿਆ। ਪਰ ਅੱਜ ਪ੍ਰਹਿਲਾਦ ਜੀ ਨੂੰ ਸੰਡੇ ਮਰਕੇ ਨੇ ਪੱਟੀ ਤੇ ਅੱਖਰ ਲਿਖ ਕੇ ਦਿੱਤੇ ਤੇ ਪਕਾਉਣ ਲਈ ਕਿਹਾ, ਪਰ ਉਹ ਉੱਥੋਂ ਉੱਠ ਕੇ ਹੋਰ ਥਾਂ ਵੱਖਰਾ ਹੀ ਜਾ ਬੈਠਾ ਤੇ ਉਹ ਰਿਖੀ ਆਸ਼ਰਮ ਵਿੱਚੋਂ ਸਿੱਖੀ ਭਗਤੀ ਕਰਨ ਲੱਗ ਪਿਆ। ਪਰ ਹਰਨਾਕਸ਼ ਦਾ ਪੁੱਤਰ ਸੀ, ਰਾਜਕੁਮਾਰ ਸੀ, ਇਸ ਲਈ ਕੁਝ ਦਿਨ ਤਾਂ ਉਸ ਦੀ ਖੋਜ
ਉਸ ਦੀ ਮੌਜ ਵਿੱਚ ਕਿਸੇ ਨੇ ਦਖਲ ਹੀ ਨਾ ਦਿੱਤਾ। ਕੁਝ ਕਹਿਣਾ ਚੰਗਾ ਨਾ ਜਾਣਿਆ। ਪਰ ਇੱਕ ਦਿਨ ਉਸਤਾਦ ਨੇ ਪ੍ਰਹਿਲਾਦ ਨੂੰ ਕੋਲ ਬਿਠਾਇਆ ਤੇ ਪੜ੍ਹਾਉਣ ਲੱਗਾ। ਪੱਟੀ ਤੇ ਲਿਖ ਕੇ ਦਿੱਤਾ, ਜਲੇ ਹਰਨਾਕਸ ਥਲੇ ਹਰਨਾਕਸ। ਪਰ ਪ੍ਰਹਿਲਾਦ ਜੀ ਨੇ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਲਿਖੇ ਦੇ ਉਲਟ ਰਾਮ ਰਾਮ ਲਿਖਣਾ ਸ਼ੁਰੂ ਕਰ ਦਿੱਤਾ। ਹੋਰ ਬਾਲਕ ਵੀ ਵੇਖ ਰਹੇ ਸਨ, ਜੋ ਉਸਤਾਦਾਂ ਦੀ ਸਿੱਖਿਆ ਅਨੁਸਾਰ ਹੀ ਪੜ੍ਹਦੇ ਸਨ। ਪਰ ਪ੍ਰਹਿਲਾਦ ਨੂੰ ਕੁਝ ਹੋਰ ਲਿਖਦਿਆਂ ਵੇਖ ਕੇ ਸਭ ਹੈਰਾਨ ਹੋ ਗਏ ਤੇ ਸੰਡੇ ਮਰਕੇ ਨੂੰ ਗੁੱਸਾ ਆ ਗਿਆ। ਇਹ ਕੀ ਲਿਖ ਰਿਹਾ ਹੈ? ਜੋ ਅਸੀਂ ਕਹਿੰਦੇ ਹਾਂ ਉਹ ਲਿਖ। ਤੇਰੇ ਪਿਤਾ ਨੇ ਤੈਨੂੰ ਸਾਡੇ ਕੋਲ ਪੜ੍ਹਨ ਲਈ ਭੇਜਿਆ ਹੈ। ਉਹ ਕੀ ਆਖੇਗਾ? ਪ੍ਰਹਿਲਾਦ ਜੀ ਚੁੱਪ ਰਹੇ। ਪਰ 2 ਮਿੰਟ ਮਗਰੋਂ ਜਦ ਪਾਂਧੇ ਨੇ ਪੱਟੀ ਉਹਨਾਂ ਦੇ ਅੱਗੇ ਕੀਤੀ ਤਾਂ ਉਹਨਾਂ ਨੇ ਫਿਰ ਰਾਮ ਰਾਮ ਲਿਖ ਦਿੱਤਾ। ਸਖਤੀ ਨਾ ਚੱਲਦੀ ਵੇਖ ਕੇ ਪਾਂਧਾ ਹੁਣ ਪਿਆਰ ਨਾਲ ਸਮਝਾਉਣ ਲੱਗਾ, ਦੇਖ ਪ੍ਰਹਿਲਾਦ, ਤੂੰ ਜਾਣਦਾ ਨਹੀਂ ਕਿ ਇਹ ਰਾਮ ਕੀ ਹੈ। ਤੂੰ ਸ਼ਾਇਦ ਰਿਖੀ ਆਸ਼ਰਮ ਵਿੱਚੋਂ ਇਹ ਸ਼ਬਦ ਸੁਣਿਆ ਹੋਵੇਗਾ। ਸ਼ਾਇਦ ਨਾਰਦ ਜੀ ਨੇ ਵੀ ਕਿਹਾ ਹੋਣਾ ਹੈ। ਪਰ ਇਹ ਰਾਮ ਤਾਂ ਤੇਰੇ ਪਿਤਾ ਦਾ ਵੈਰੀ ਹੈ। ਤੂੰ ਪਿਤਾ ਦਾ ਅਨਸਾਰੀ ਹੋ ਕੇ ਪਿਤਾ ਦਾ ਹੁਕਮ ਮੰਨ। ਚੰਗੇ ਪੁੱਤਰ ਪਿਤਾ ਦੀ ਬਰਖਲਾਫੀ ਕਦੇ ਨਹੀਂ ਕਰਿਆ ਕਰਦੇ। ਇਸ ਲਈ ਜੋ ਮੈਂ ਲਿਖਵਾਉਂਦਾ ਹਾਂ ਉਹ ਲਿਖ। ਪਰ ਪ੍ਰਹਿਲਾਦ ਜੀ ਅੜ ਗਏ, ਕਹਿਣ ਲੱਗੇ, ਮੈਂ ਰਾਮ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਲਿਖਣਾ। ਤੈਨੂੰ ਪਿਤਾ ਦਾ ਡਰ ਨਹੀਂ ਹੈ? ਪਰ ਇਹ ਗੱਲ ਨਹੀਂ। ਕਿਉਂ? ਕਿਉਂਕਿ ਠੀਕ ਗੱਲ ਹੈ ਤੇ ਜੋ ਤੁਸੀਂ ਆਖਦੇ ਹੋ ਉਹ ਗਲਤ ਗੱਲ ਹੈ। ਅਸੀਂ ਗਲਤ ਆਖਦੇ ਹਾਂ? ਹਾਂ, ਤੁਸੀਂ ਗਲਤ ਆਖਦੇ ਹੋ। ਕਿਵੇਂ? ਉਸਤਾਦ ਨੇ ਕਿਹਾ, ਤੁਸੀਂ ਮੇਰੇ ਪਿਤਾ ਨੂੰ ਹੀ ਕਰਨ ਕਾਰਨ ਦੱਸਦੇ ਹੋ ਤੇ ਸਾਰੇ ਬਾਲਕਾਂ ਨੂੰ ਹੀ ਇਹੋ ਕੁਝ ਸਿਖਾਉਂਦੇ ਹੋ। ਪਰ ਜੋ ਜਗਤ ਦਾ ਅਸਲੀ ਕਰਤਾ ਪ੍ਰਭੂ ਵਾਹਿਗੁਰੂ ਹੈ, ਉਸ ਦਾ ਨਾਮ ਤਾਂ ਤੁਸੀਂ ਦੱਸਦੇ ਹੀ ਨਹੀਂ। ਪਰ ਮੈਨੂੰ ਤਾਂ ਉਸੇ ਪ੍ਰਭੂ ਦਾ ਨਾਮ ਹੀ ਚੰਗਾ ਲੱਗਦਾ ਹੈ। ਮੈਨੂੰ ਉਹ ਹੀ ਸਿਖਾਓ। ਜੇ ਮੈਨੂੰ ਕੁਝ ਸਿਖਾਉਣਾ ਹੈ, ਪਰ ਇਹ ਤੁਹਾਡੀ ਪੜ੍ਹਾਈ ਮੈਂ ਨਹੀਂ ਪੜ੍ਹਨੀ। ਜਿਹੜੀ ਅੱਗੇ ਤੁਸੀਂ ਪੜ੍ਹਾਈ ਕਰਾਈ ਹੈ ਉਹ ਮੈਂ ਆਪਣੇ ਦਿਲ ਵਿੱਚੋਂ ਕੱਢ ਦਿੱਤੀ ਹੈ ਤੇ ਉਸ ਨੂੰ ਮੈਂ ਯਾਦ ਨਹੀਂ ਰੱਖਾਂਗਾ। ਭਗਤ ਕਬੀਰ ਜੀ ਕਿਆ ਸੁੰਦਰ ਲਿਖਦੇ ਹਨ, ਪ੍ਰਹਿਲਾਦ ਪਠਾਏ ਪੜ੍ਹਨ ਸਾਲ, ਸੰਗ ਸਖਾ ਬਹੁ ਲੀਏ ਬਾਲ। ਮੋਕੋ ਕਹਾ ਪੜ੍ਹਾਵਸ ਆਲ ਜਾਲ, ਮੇਰੀ ਪਟਿਆ ਲਿਖ ਦੇ ਹੋ ਸ੍ਰੀ ਗੋਪਾਲ। ਨਹੀਂ ਛੋਡੋ ਰੇ ਬਾਬਾ ਰਾਮ ਨਾਮ, मेरो और पढ़न स्यो नहीं काम रहाओ। संडै मरकै कहो जाए, प्रहलाद बुलाए बेगताए। तू राम कहन की छोड़ बान, तुझ तुरत छुड़ाऊ मेरो कहो मान। मोको कहा सतावो बार बार, प्रभ जल थल गिर किए पहाड़। एक राम न छोडो गुरहगार, मोको घाल जार भावै मार डार। काढ़ खड़ग कोपियो रसाए, तुझ राखन हारो मोहे बताए। प्रभ थंब ते निकसै कै बिस्तार, हरनाक सछेदियो नक बिदार। ओए परम पुरख दे वाद देव, भगत हेत नर सिंह भेव। कह कबीर को लखै ना पार, प्रहलाद उधारे अनक बार। संडा ते मरका जोर ला के थक गए। प्रहलाद ने उन्हां दी एक ना सुनी ते वखरा बैठ के ही राम नाम दा जाप कर लग पिया। उस नूं वेख के दूजे मुंडे भी बेखौफ हो के उस दे मगर लग पे। उस्ताद दी सुने ही कोई ना। उस्तादा ने एक दो दिन जेरा किया, पर अखीर हरनाकश पास जा शिकायत लाई कि प्रहलाद ने तां सारे मुंडे ही विगाड़ छड्डे हन।
ਉਸ ਦੇ ਆਕੀ ਹੋ ਜਾਣ ਕਰਕੇ ਸਾਰੇ ਮੁੰਡੇ ਵੀ ਰਾਮ ਨਾਮ ਦਾ ਜਾਪ ਜਪਣ ਲੱਗ ਪਏ ਹਨ। ਇਹ ਸੁਣ ਕੇ ਹਰਨਾਕਸ਼ ਨੇ ਪ੍ਰਹਿਲਾਦ ਨੂੰ ਬੁਲਾਇਆ ਤੇ ਪਿਆਰ ਨਾਲ ਸਮਝਾਉਣ ਲੱਗਾ, ਪੁੱਤਰਾ, ਤੂੰ ਮੇਰਾ ਇੱਕੋ ਇੱਕ ਪਿਆਰਾ ਪੁੱਤਰ ਹੈ। ਤੈਨੂੰ ਮੇਰੀ ਸਿੱਖਿਆ ਤੇ ਚੱਲਣਾ ਚਾਹੀਦਾ ਹੈ। ਮੈਂ ਜਿਨ੍ਹਾਂ ਕੋਲ ਤੈਨੂੰ ਪੜ੍ਹਨੇ ਪਾਇਆ ਹੈ, ਤੈਨੂੰ ਉਹਨਾਂ ਦੇ ਕਹੇ ਅਨੁਸਾਰ ਸੰਸਥਾ ਸਿੱਖਣੀ ਚਾਹੀਦੀ ਹੈ। ਪ੍ਰਹਿਲਾਦ ਜੀ ਕਹਿਣ ਲੱਗੇ, ਪਿਤਾ ਜੀ, ਪਰ ਰਾਮ ਦੇ ਨਾਮ ਤੋਂ ਬਿਨਾਂ ਹੋਰ ਮੈਨੂੰ ਕੁਝ ਚੰਗਾ ਲੱਗਦਾ ਹੀ ਨਹੀਂ, ਇਸ ਲਈ ਕੀ ਕਰਾਂ? ਹਰਨਾਕਸ਼ ਨੇ ਫਿਰ ਕਿਹਾ, ਪੁੱਤਰਾ, ਤੂੰ ਨਹੀਂ ਜਾਣਦਾ, ਐਵੇਂ ਤੈਨੂੰ ਭਰਮ ਹੈ। ਰਾਮ ਤੇ ਮੈਂ ਹੀ ਹਾਂ। ਸਭ ਦੇਵੀ ਦੇਵਤੇ ਤੇ ਤਿੰਨਾਂ ਲੋਕਾਂ ਦਾ ਰਾਜ ਮੇਰੇ ਅਧੀਨ ਹੈ। ਤਾਂ ਤੂੰ ਹੀ ਦੱਸ, ਹੋਰ ਮੇਰੇ ਮੁਕਾਬਲੇ ਦਾ ਕੌਣ ਹੈ? ਪਰ ਜਦ ਪਿਆਰ ਨਾਲ ਸਮਝਾਉਣ ਤੇ ਵੀ ਪ੍ਰਹਿਲਾਦ ਜੀ ਤੇ ਕੋਈ ਅਸਰ ਨਾ ਹੋਇਆ, ਤਾਂ ਹਰਨਾਕਸ਼ ਕ੍ਰੋਧ ਵਿੱਚ ਆ ਗਿਆ। ਕੜਕ ਕੇ ਕਹਿਣ ਲੱਗਾ, ਮੇਰੇ ਆਖੇ ਲੱਗ ਜਾ ਤੇ ਰਾਮ ਦਾ ਨਾਂ ਛੱਡ ਦੇ, ਨਹੀਂ ਤਾਂ ਯਾਦ ਰੱਖ, ਤੈਨੂੰ ਮੇਰੇ ਹੱਥੋਂ ਕੋਈ ਨਹੀਂ ਬਚਾ ਸਕੇਗਾ। ਪਰ ਪ੍ਰਹਿਲਾਦ ਜੀ ਤੇ ਜਿਉਂ-ਜਿਉਂ ਸ਼ਕਤੀ ਹੋਣ ਲੱਗੀ, ਤਿਉਂ-ਤਿਉਂ ਹੋਰ ਦ੍ਰਿੜ ਹੋਣ ਲੱਗੇ। ਕਹਿਣ ਲੱਗੇ, ਮੈਂ ਰਾਮ ਦਾ ਨਾਮ ਨਹੀਂ ਛੱਡ ਸਕਦਾ, ਭਾਵੇਂ ਕੁਝ ਵੀ ਹੋ ਜਾਵੇ। ਪੁੱਤਰ ਦੀ ਸੁੱਕੀ ਨਾਹ ਤੇ ਨਿਡਰਤਾ ਨੇ ਹਰਨਾਕਸ਼ ਨੂੰ ਲੋਹੇ ਲਾਖਾ ਕਰ ਦਿੱਤਾ। ਕਹਿਣ ਲੱਗਾ, ਮੈਂ ਦੈਂਤ ਨਹੀਂ ਛੱਡੇ, ਦੇਵਤੇ ਨਹੀਂ ਛੱਡੇ, ਪਰ ਤੂੰ ਪੁੱਤਰ ਹੋ ਕੇ ਮੇਰੀ ਤਾਕਤ ਤੇ ਜ਼ੋਰ ਦਾ ਡਰ ਨਹੀਂ ਮੰਨਦਾ। ਜੇ ਤੈਨੂੰ ਮੈਂ ਆਪਣੀ ਈਨ ਨਾ ਮਨਾ ਸਕਿਆ, ਤਾਂ ਹੋਰ ਮੇਰੀ ਈਨ ਕੌਣ ਮੰਨੇਗਾ? ਇਹ ਕਹਿ ਕੇ ਉਸਨੇ ਗੁਰਜ ਚੁੱਕੀ ਤੇ ਕਿਹਾ, ਵੇਲਾ ਹੈ, ਅਜੇ ਵੀ ਰਾਮ ਦਾ ਨਾਮ ਛੱਡ ਦੇ, ਨਹੀਂ ਤਾਂ ਗੁਰਜ ਦੇ ਇੱਕੋ ਵਾਰ ਨਾਲ ਤੇਰੀ ਜਾਨ ਕੱਢ ਦੇਵਾਂਗਾ। ਪ੍ਰਹਿਲਾਦ ਨੇ ਫਿਰ ਕਿਹਾ, ਨਹੀਂ ਪਿਤਾ ਜੀ, ਰਾਮ ਨਾਮ ਨਹੀਂ ਛੱਡਾਂਗਾ। ਤੂੰ ਭੁਲੇਖੇ ਵਿੱਚ ਨਾ ਰਹੋ ਪ੍ਰਹਿਲਾਦ, ਦੱਸ ਮੇਰੇ ਇਸ ਵਾਰ ਤੋਂ ਤੈਨੂੰ ਬਚਾਉਣ ਲਈ ਕੌਣ ਆਵੇਗਾ? ਪਿਤਾ ਜੀ, ਉਹ ਮੇਰਾ ਰਾਮ ਹਰ ਥਾਂ ਹੈ, ਜਲ ਥਲ ਟੋਇਆਂ ਤੇ ਪਰਬਤਾਂ ਵਿੱਚ ਹੈ, ਉਹ ਸਭ ਥਾਂ ਮੌਜੂਦ ਹੈ। ਉਸਨੇ ਆਉਣਾ ਕਿੱਥੋਂ ਹੈ? ਉਹ ਤਾਂ ਇੱਥੇ ਹੀ ਹੈ ਤੇ ਮੇਰੇ ਤੁਹਾਡੇ ਦੋਹਾਂ ਵਿੱਚ ਬੋਲ ਰਿਹਾ। ਪ੍ਰਹਿਲਾਦ ਨੇ ਕਿਹਾ। ਮਾਂ ਨੇ ਵਿੱਚ ਪੈ ਕੇ ਕਿਹਾ, ਤੁਸੀਂ ਇਹ ਕੰਮ ਮੇਰੇ ਹਵਾਲੇ ਕਰੋ, ਮੈਂ ਆਪੇ ਪੁੱਤਰ ਨੂੰ ਸਮਝਾ ਦਿਆਂਗੀ। ਪਰ ਪ੍ਰਹਿਲਾਦ ਨੇ ਕਿੱਥੇ ਮੰਨਣਾ ਸੀ। ਮਾਂ ਨੇ ਉਸ ਨੂੰ ਲਿਆ ਕੇ ਕੋਠੇ ਵਿੱਚ ਬੰਦ ਕਰ ਦਿੱਤਾ। ਕਈ ਦਿਨ ਭੁੱਖਾ ਤਿਹਾਇਆ ਹੀ ਰਿਹਾ, ਪਰ ਅੰਦਰ ਬੈਠਾ ਪ੍ਰਹਿਲਾਦ ਨਿਰਭਉ ਰਿਹਾ ਤੇ ਉਸਨੇ ਰਾਮ ਨਾਮ ਦਾ ਭਜਨ ਨਾ ਛੱਡਿਆ। ਮਾਂ ਨੇ ਸਾਰਾ ਜ਼ੋਰ ਲਾਇਆ ਤਾਂ ਫਿਰ ਉਸਨੇ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਇਹ ਸਿੱਧੇ ਹੱਥੀਂ ਤੁਹਾਡਾ ਹੁਕਮ ਨਹੀਂ ਮੰਨੇਗਾ, ਮੈਂ ਵੇਖ ਲਿਆ ਹੈ। ਹਰਨਾਕਸ਼ ਨੇ ਦਰਬਾਰ ਲਾ ਕੇ ਹੁਣ ਆਪਣੇ ਅਹਿਲਕਾਰਾਂ ਵਜ਼ੀਰਾਂ ਨਾਲ ਸਲਾਹ ਕੀਤੀ ਤੇ ਮਤਾ ਪਕਾਇਆ ਕਿ ਅਜਿਹੇ ਪੁੱਤਰ ਨੂੰ ਮਾਰ ਦੇਣਾ ਹੀ ਯੋਗ ਹੈ। ਇਸ ਨੂੰ ਵੇਖ ਕੇ ਬਾਕੀ ਲੋਕਾਂ ਦਾ ਵੀ ਮੇਰੇ ਤੋਂ ਆਕੀ ਹੋ ਜਾਣ ਦਾ ਖਤਰਾ ਹੈ। ਸੋ ਪ੍ਰਹਿਲਾਦ ਨੂੰ ਪਹਾੜ ਤੇ ਉੱਚੀ ਥਾਂ ਲਿਜਾ ਕੇ ਸੁੱਟ ਕੇ ਮਾਰ ਦੇਣ ਦਾ ਹੁਕਮ ਦਿੱਤਾ ਗਿਆ। ਪਰ ਮੇਰੇ ਪ੍ਰਭੂ ਦਾ ਹੁਕਮ ਡਿੱਗਦੇ ਪ੍ਰਹਿਲਾਦ ਨੂੰ ਹਵਾ ਨੇ ਬੋਚ ਕੇ ਆਹਿਸਤਾ ਨਾਲ ਜ਼ਮੀਨ ਤੇ ਆ ਰੱਖਿਆ। ਉਸ ਨੂੰ ਜਰਾ ਜਿੰਨੀ ਵੀ ਸੱਟ ਨਾ ਲੱਗੀ। ਫਿਰ ਮੁਸ਼ਕਾਂ ਬੰਨ੍ਹ ਕੇ ਡੂੰਘੇ ਪਾਣੀ ਵਿੱਚ ਸੁੱਟਿਆ, ਤਾਂ ਵੀ ਉਹ ਨਾ ਡੁੱਬਾ ਤੇ ਆਪਣੇ ਆਪ ਕੰਢੇ ਤੇ ਆ ਬੈਠਾ। ਫਿਰ ਬਹੁਤ ਸਾਰੀਆਂ ਲੱਕੜਾਂ ਦਾ ਢੇਰ ਲਾ ਕੇ ਉੱਪਰ ਬੰਨ੍ਹ ਕੇ ਪ੍ਰਹਿਲਾਦ ਨੂੰ ਬਿਠਾਇਆ ਗਿਆ ਤੇ ਅੱਗ ਲਾਈ ਗਈ। ਪਰ ਉੱਥੋਂ ਵੀ ਪ੍ਰਭੂ ਨੇ ਪ੍ਰਹਿਲਾਦ ਜੀ ਨੂੰ ਬਚਾ ਲਿਆ। ਪਰ ਹੰਕਾਰੇ ਹੋਏ ਜਿੱਦੀ ਦੈਂਤ ਨੂੰ ਪ੍ਰਭੂ ਦੀ ਇਹ ਜ਼ਾਹਰਾ ਕਲਾ ਵੇਖ ਕੇ
ਕੋਈ ਸਮਝ ਨਾ ਆਈ ਕਿ ਮੈਂ ਕਿੰਨੀ ਮੂਰਖਤਾ ਕਰ ਰਿਹਾ। ਅਖੀਰ ਜਦ ਕੋਈ ਹੋਰ ਵਾਹ ਨਾ ਚੱਲੀ ਤਾਂ ਉਸਨੇ ਲੋਹੇ ਦੇ ਇੱਕ ਥੰਮ ਨੂੰ ਅੱਗ ਨਾਲ ਲਾਲ ਕਰ ਲਿਆ। ਫਿਰ ਖੜਗ ਕੱਢ ਕੇ ਪ੍ਰਹਿਲਾਦ ਨੂੰ ਪੁੱਛਣ ਲੱਗਾ, ਦੱਸ ਮੈਨੂੰ ਤੇਰਾ ਉਸਤਾਦ ਕੌਣ ਹੈ ਜੋ ਤੇਰੀ ਰੱਖਿਆ ਕਰ ਰਿਹਾ ਹੈ? ਕਹੋ ਉਸ ਨੂੰ ਮੇਰੇ ਸਾਹਮਣੇ ਆਵੇ, ਨਹੀਂ ਤਾਂ ਤੈਨੂੰ ਇਸ ਤੇ ਤੱਤੇ ਥੰਮ ਨਾਲ ਲਾ ਕੇ ਸਾੜ ਦਿਆਂਗਾ। ਪ੍ਰਹਿਲਾਦ ਕਹਿਣ ਲੱਗਾ, ਮੇਰਾ ਪ੍ਰਭੂ ਸਭ ਥਾਂ ਹੈ, ਇਸ ਥੰਮ ਵਿੱਚ ਵੀ ਹੈ, ਤੂੰ ਅਜਮਾ ਕੇ ਵੇਖ ਲੈ। ਇਹ ਸੁਣ ਕੇ ਹਰਨਾਕਸ਼ ਨੇ ਜਲਾਦਾਂ ਨੂੰ ਪ੍ਰਹਿਲਾਦ ਨੂੰ ਤੱਤੇ ਥੰਮ ਨਾਲ ਬੰਨ੍ਹ ਦੇਣ ਦਾ ਹੁਕਮ ਦੇ ਦਿੱਤਾ। ਪ੍ਰਹਿਲਾਦ ਪਹਿਲੇ ਤਾਂ ਕੁਝ ਡੋਲਿਆ, ਪਰ ਝੱਟ ਹੀ ਉਸਨੇ ਦੇਖਿਆ ਕਿ ਭਗਵਾਨ ਕੀੜੀ ਰੂਪ ਬਣ ਕੇ ਤੱਤੇ ਥੰਮ ਨਾਲ ਫਿਰ ਰਿਹਾ ਹੈ। ਫਿਰ ਕੀੜੀ ਉਸਨੇ ਦੌੜ ਕੇ ਆਪ ਹੀ ਥੰਮ ਨਾਲ ਜਾ ਜੱਫੀ ਪਾਈ। ਪ੍ਰਹਿਲਾਦ ਜੀ ਦੇ ਜੱਫੀ ਪਾਉਣ ਦੀ ਦੇਰ ਸੀ ਕਿ ਉਸੇ ਵੇਲੇ ਥੰਮ ਪਾਟ ਗਿਆ ਤੇ ਉਸ ਦੇ ਵਿੱਚੋਂ ਨਰਸਿੰਘ ਰੂਪ ਬਣ ਕੇ ਭਗਵਾਨ ਪ੍ਰਗਟ ਹੋ ਗਿਆ। ਭਗਵਾਨ ਨੇ ਹਰਨਾਕਸ਼ ਨੂੰ ਫੜ ਕੇ ਜੱਫਾ ਪਾ ਕੇ ਆਪਣੇ ਪੱਟਾਂ ਤੇ ਰੱਖ ਲਿਆ। ਇਸ ਵੇਲੇ ਭਗਵਾਨ ਦਾ ਥੱਲੇ ਦਾ ਅੱਧਾ ਧੜ ਮਨੁੱਖ ਦਾ ਸੀ, ਉੱਪਰਲਾ ਸ਼ੇਰ ਦਾ ਸੀ। ਸੰਧਿਆ ਦਾ ਸਮਾਂ ਸੀ, ਸੋ ਪੱਟਾਂ ਤੇ ਰੱਖ ਕੇ ਭਗਵਾਨ ਦਲੀਜਾਂ ਵਿੱਚ ਬੈਠ ਗਏ ਤੇ ਕਹਿਣ ਲੱਗੇ, ਹਰਨਾਕਸ਼ ਆਪਣੇ ਵਰ ਪੂਰੇ ਕਰ ਲੈ। ਇਸ ਵੇਲੇ ਨਾ ਦਿਨ ਹੈ ਨਾ ਰਾਤ ਹੈ, ਨਾ ਅੰਦਰ ਹੈ ਨਾ ਬਾਹਰ ਹੈ, ਨਾ ਜ਼ਮੀਨ ਹੈ ਤੇ ਨਾ ਉੱਪਰ ਹੈ। ਸੋ ਤੇਰੇ ਇੱਕ ਵਰ ਨੂੰ ਵੀ ਮੈਂ ਝੂਠਾ ਨਹੀਂ ਕੀਤਾ ਤੇ ਆਪਣੀ ਇਹ ਸ਼ਕਲ ਬਣਾ ਕੇ ਮੈਨੂੰ ਆਪਣੇ ਭਗਤ ਦੀ ਰੱਖਿਆ ਕਰਨੀ ਪਈ। ਤੂੰ ਸਭ ਕੁਝ ਆਪ ਬਣ ਬੈਠਾ ਸੈਂ, ਵਰ ਦੇਣ ਵਾਲੇ ਦੀ ਸ਼ਕਤੀ ਨੂੰ ਹੀ ਭੁੱਲ ਗਿਆ ਸੈਂ। ਇਹ ਆਖ ਕੇ ਹਰਨਾਕਸ਼ ਦਾ ਭਗਵਾਨ ਨਰਸਿੰਘ ਨੇ ਆਪਣੇ ਨਹੁੰਆਂ ਨਾਲ ਢਿੱਡ ਪਾੜ ਦਿੱਤਾ, ਉਸ ਦੀਆਂ ਆਂਦਰਾਂ ਕੱਢ ਦਿੱਤੀਆਂ ਤੇ ਹੱਥ ਪੈਰ ਅਤੇ ਹੋਰ ਸਰੀਰ ਸਭ ਲਹੂ ਲੁਹਾਨ ਕਰਕੇ ਉਸ ਦਾ ਖਾਤਮਾ ਕਰ ਦਿੱਤਾ। ਪਰ ਦੂਜੇ ਬੰਨੇ ਭਗਵਾਨ ਦੇ ਇਸ ਵਿਕਰਾਲ ਰੂਪ ਨੂੰ ਵੇਖ ਕੇ ਸਭ ਦੇ ਮਨ ਦਹਿਲ ਗਏ। ਇਸ ਵਕਤ ਨਰਸਿੰਘ ਭਗਵਾਨ ਦਾ ਚਿਹਰਾ ਇੰਨਾ ਤੇਜਮਈ ਸੀ ਕਿ ਕਿਸੇ ਕੋਲੋਂ ਉਸ ਵੱਲ ਵੇਖਿਆ ਨਹੀਂ ਸੀ ਜਾਂਦਾ। ਸੋ ਦੂਰੋਂ ਹੀ ਸਭ ਨੇ ਨਮਸਕਾਰ ਕੀਤੀ। ਇਸ ਸਮੇਂ ਗੁੱਸੇ ਵਿੱਚ ਆਏ ਹੋਏ ਭਗਵਾਨ ਦੇ ਤੇਜ ਨੂੰ ਵੇਖ ਕੇ ਪਰਬਤ ਡੋਲਣ ਲੱਗ ਪਏ, ਸਾਗਰਾਂ ਦੇ ਪਾਣੀ ਖੋਲਣ ਲੱਗ ਗਏ। ਇਹ ਦੇਖ ਕੇ ਦੇਵਤਿਆਂ ਨੇ ਵਿਸ਼ਨੂੰ, ਸ਼ਿਵਜੀ, ਬ੍ਰਹਮਾ ਕੋਲ ਜਾ ਕੇ ਪੁਕਾਰ ਕੀਤੀ ਕਿ ਭਗਵਾਨ ਦੇ ਗੁੱਸੇ ਨੂੰ ਸ਼ਾਂਤ ਕਰੋ। ਪਰ ਕਿਸੇ ਨੂੰ ਨਰਸਿੰਘ ਦੇ ਤੇਜਮਈ ਮੂੰਹ ਦੇ ਸਾਹਮਣੇ ਆਉਣ ਦਾ ਹੌਸਲਾ ਨਾ ਪਿਆ। ਫਿਰ ਲక్ష్ਮੀ ਨੂੰ ਕਿਹਾ ਗਿਆ, ਉਹ ਵੀ ਨੇੜੇ ਆ ਕੇ ਭਗਵਾਨ ਦੇ ਗੁੱਸੇ ਵਿੱਚ ਆਏ ਹੋਏ ਤੇਜਮਈ ਚਿਹਰੇ ਨੂੰ ਵੇਖ ਕੇ ਰੁਕ ਗਈ ਤੇ ਪਿੱਛੇ ਹਟ ਗਈ। ਪਰ ਉਸਨੇ ਕਿਹਾ, ਇਸ ਗੱਲ ਲਈ ਤੁਸੀਂ ਪ੍ਰਹਿਲਾਦ ਨੂੰ ਹੀ ਕਹੋ। ਜਦੋਂ ਲక్ష్ਮੀ ਦੀ ਵੀ ਕੋਈ ਪੇਸ਼ ਨਾ ਗਈ ਤਾਂ ਸਭ ਨੇ ਫਿਰ ਇਹ ਸਲਾਹ ਪਕਾਈ ਕਿ ਭਗਤ ਪ੍ਰਹਿਲਾਦ ਹੀ ਇਹ ਬੇਨਤੀ ਆਪਣੇ ਪ੍ਰਭੂ ਕੋਲ ਕਰਨ ਕਿ ਉਹ ਆਪਣੇ ਵਿਕਰਾਲ ਰੂਪ ਦਾ ਨਿਵਾਰਨ ਕਰਨ ਤੇ ਸ਼ਾਂਤੀ ਦੇ ਘਰ ਵਿੱਚ ਆਉਣ, ਕਿਉਂਕਿ ਉਹਨਾਂ ਦੇ ਗੁੱਸੇ ਦੇ ਕਾਰਨ ਹੀ ਸਭ ਧਰਤੀ ਤੇ ਪਹਾੜ ਡੋਲ ਰਹੇ ਹਨ ਤੇ ਦੁਨੀਆ ਘਬਰਾ ਰਹੀ ਹੈ। ਸੋ ਪ੍ਰਹਿਲਾਦ ਜੀ ਨੂੰ ਕਿਹਾ ਗਿਆ। ਪ੍ਰਹਿਲਾਦ ਜੀ ਨੇ ਸਭ ਦੇ ਖਿਆਲ ਸੁਣ ਕੇ ਭਗਵਾਨ ਨੂੰ ਕਿਹਾ, ਹੇ ਪ੍ਰਭੂ, ਇਸ ਵਿਕਰਾਲ ਰੂਪ ਦਾ ਤਿਆਗ ਕਰਕੇ ਹੁਣ ਆਪਣੇ ਅਸਲੀ ਰੂਪ ਵਿੱਚ ਆਓ ਤੇ ਗੁੱਸੇ ਨੂੰ ਮਿਟਾ ਦਿਓ। ਦੁਨੀਆ ਆਪਦੇ ਗੁੱਸੇ ਕਾਰਨ ਕੰਬ ਰਹੀ ਹੈ। ਭਗਵਾਨ ਕਹਿਣ ਲੱਗੇ, ਹੇ ਪ੍ਰਹਿਲਾਦ, ਤੇਰੇ ਨਾਲ ਹੋ ਰਹੇ ਜ਼ਬਰ ਨੂੰ ਵੇਖ ਵੇਖ ਕੇ ਹੀ ਮੈਨੂੰ ਇਹ ਵੀਰ ਰਸ ਆਇਆ ਹੈ ਤੇ ਤੇਰੇ ਕਸ਼ਟ ਨਿਵਾਰਨ ਲਈ ਹੀ ਮੈਨੂੰ ਇਹ ਵਿਕਰਾਲ ਰੂਪ ਧਾਰਨਾ ਪਿਆ।
ਇਹ ਅੱਧਾ ਰੂਪ ਆਦਮੀ ਦਾ, ਅੱਧਾ ਸ਼ੇਰ ਦਾ ਇਹ ਨਾ ਹੋ ਸਕਣ ਵਾਲਾ ਰੂਪ ਹੈ। ਮੈਨੂੰ ਤੇਰੇ ਪਿਆਰ ਬਦਲੇ ਹੀ ਧਾਰਨਾ ਪਿਆ ਹੈ। ਹੁਣ ਮੇਰੇ ਗੁੱਸੇ ਨੂੰ ਕੋਈ ਹੋਰ ਸ਼ਾਂਤ ਨਹੀਂ ਸੀ ਕਰ ਸਕਦਾ ਜੇਕਰ ਤੂੰ ਨਾ ਕਹਿੰਦੋ। ਸੋ ਹੁਣ ਤੇਰੇ ਕਹਿਣ ਤੇ ਮੈਂ ਇਹ ਰੂਪ ਛੱਡ ਦਿੰਦਾ ਹਾਂ। ਇਸ ਤੋਂ ਮਗਰੋਂ ਪ੍ਰਹਿਲਾਦ ਦਾ ਖਿਆਲ ਪਿਤਾ ਵੱਲ ਚਲਾ ਗਿਆ। ਸਾਹਮਣੇ ਪਿਤਾ ਦੀ ਲੋਥ ਪਈ ਸੀ। ਭਾਵੇਂ ਉਸਨੇ ਉਸ ਨਾਲ ਬੜੇ ਅਨਿਆਏ ਕੀਤੇ ਸਨ, ਪਰ ਫਿਰ ਵੀ ਪਿਤਾ ਸੀ। ਸੋ ਪ੍ਰਹਿਲਾਦ ਨੇ ਭਗਵਾਨ ਅੱਗੇ ਬੇਨਤੀ ਕੀਤੀ, ਹੇ ਪ੍ਰਭੂ ਜੀ, ਭਗਵਾਨ ਜੀ, ਵਾਹਿਗੁਰੂ ਜੀ, ਹਰਨਾਖਸ਼ ਮੇਰਾ ਪਿਤਾ ਹੈ ਕਿ ਇਸ ਨੂੰ ਆਪਣੀਆਂ ਕੀਤੀਆਂ ਬਦਲੇ ਨਰਕਾਂ ਵਿੱਚ ਜਾਣਾ ਪਵੇਗਾ। ਪ੍ਰਮਾਤਮਾ ਜੀ ਕਹਿਣ ਲੱਗੇ, ਉਹ ਭੋਲੇ ਪ੍ਰਹਿਲਾਦ, ਤੂੰ ਮੇਰਾ ਪਿਆਰਾ ਭਗਤ ਹੈ ਤੇ ਭਗਤੀ ਕਰਨ ਵਾਲੇ ਦੀਆਂ ਤਾਂ 21 ਕੁਲਾਂ ਤਰ ਜਾਂਦੀਆਂ ਹਨ। ਫਿਰ ਇਸ ਹਾਲਤ ਵਿੱਚ ਤੇਰਾ ਪਿਤਾ ਨਰਕਾਂ ਵਿੱਚ ਕਿਵੇਂ ਜਾਵੇਗਾ? ਤੇਰੀ ਭਗਤੀ ਨਾਲ ਤਾਂ ਤੇਰੇ ਪਿਤਾ ਪਿਤਾਮਾ ਸਾਰੇ ਹੀ ਤਰ ਜਾਣਗੇ। ਤੇ ਇਹ ਕਹਿੰਦੇ ਹੋਏ ਭਗਵਾਨ ਅਲੋਪ ਹੋ ਗਏ। ਇਹ ਹੈ ਗੁਰੂ ਖਾਲਸਾ ਜੀ ਭਗਤ ਪ੍ਰਹਿਲਾਦ ਦੀ ਕੁਝ ਗਾਥਾ। ਸਤਿਗੁਰੂ ਜੀ ਵੀ ਫਰਮਾਉਂਦੇ ਹਨ, ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਗੁਰੂ ਖਾਲਸਾ ਜੀ, ਇਹ ਸੀ ਭਗਤ ਪ੍ਰਹਿਲਾਦ ਜੀ ਦੀ ਸਾਖੀ। ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।